ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਅੱਜ ਅਸੀਂ 6ਵੀਂ ਕਲਾਸ ਦੇ ਵਿਦਿਆਰਥੀਆਂ ਲਈ ਪੈਸ ਟੈਸਟ ਸਮਾਜਿਕ ਸਿੱਖਿਆ ਦਾ ਜੋ ਹੋਇਆ ਸੀਗਾ 23/9/2020 ਨੂੰ ਉਹ ਹੱਲ ਕਰਦੇ ਹਾਂ। ਤਾਂ ਬੱਚੇ, ਤੁਸੀਂ ਦੇਖਣਾ ਵੀ ਤੁਹਾਡੇ ਕਿੰਨੇ ਸਵਾਲ ਸਹੀ ਬਣਦੇ ਹਨ, ਤਾਂ ਜੋ ਤੁਹਾਨੂੰ ਅੱਗੇ ਵਾਲੇ ਟੈਸਟ ਵਿੱਚ ਇਹਨਾਂ ਸਵਾਲਾਂ ਦੇ ਆਨਸਰ ਜਾਣ ਕੇ ਤੇ ਇਹਨਾਂ ਦੇ ਕੀ ਕਾਰਨ ਹਨ, ਵੀ ਆਨਸਰ ਇਸ ਤਰ੍ਹਾਂ ਕਿਉਂ ਹਨ, ਤਾਂ ਤੁਹਾਡੀ ਅਗਲੇ ਵਾਰੀ ਜੋ ਪੇਪਰ ਹੋਵੇਗਾ ਉਹਦੇ ਲਈ ਜਿਹੜੀ ਤਿਆਰੀ ਆ ਉਹ ਚੰਗੀ ਹੋ ਸਕੇ। ਤਾਂ ਆਓ ਆਪਾਂ ਪਹਿਲਾ ਸਵਾਲ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਹੈ। ਤਾਂ ਬੱਚੋ, ਇਹਦੇ ਵਿੱਚ ਸਾਡੇ ਕੋਲ ਕੀ ਹੈ? ਸੁੰਦਰ ਅਤੇ ਵੰਸ਼ ਹੇਠਾਂ ਦਿੱਤੀ ਗਈ ਤਸਵੀਰ ਨੂੰ ਧਿਆਨ ਨਾਲ ਦੇਖ ਰਹੇ ਹਨ ਕਿ ਵੱਖ-ਵੱਖ ਗ੍ਰਹਿਆਂ ਦੇ ਆਕਾਰ ਵੱਡੇ ਛੋਟੇ ਹੁੰਦੇ ਹਨ। ਧਰਤੀ ਗ੍ਰਹਿਆਂ ਤੋਂ ਆਕਾਰ ਦੇ ਅਨੁਸਾਰ ਕਿੰਨਵੇਂ ਨੰਬਰ ਤੇ ਆਉਂਦੀ ਹੈ, ਇਹ ਸੋਚ ਰਹੇ ਹਨ। ਤੁਸੀਂ ਉਹਨਾਂ ਦੀ ਮਦਦ ਕਰੋ। ਦੱਸੋ ਕਿ ਧਰਤੀ ਦਾ ਆਕਾਰ ਕਿੰਨਵੇਂ ਨੰਬਰ ਤੇ ਹੈ। ਤਾਂ ਬੱਚਿਓ, ਅਸੀਂ ਇਹ ਚਿੱਤਰ ਦੇਖ ਕੇ ਦੱਸਣਾ ਹੈ ਵੀ ਜੋ ਸਾਡੀ ਧਰਤੀ ਹੈ, ਅਸੀਂ ਦੇਖਿਆ ਵੀ ਆਹ ਸਾਡੀ ਅਰਥ ਹੈ, ਜਿਹੜਾ ਇਸ ਦਾ ਆਕਾਰ ਹੈ ਗ੍ਰਹਿਆਂ ਵਿੱਚ ਕਿੰਨਵੇਂ ਨੰਬਰ ਤੇ ਹੈ। ਤਾਂ ਬੱਚਿਓ, ਪਹਿਲੇ ਨੰਬਰ ਤੇ ਕੀ ਹੈ? ਜੁਪੀਟਰ। ਦੂਜੇ ਨੰਬਰ ਤੇ ਕੀ ਹੈ ਸਾਡੇ ਕੋਲ? ਸੈਚਰਨ। ਉਸ ਤੋਂ ਬਾਅਦ ਸਾਡੇ ਕੋਲ ਜੋ ਤੀਸਰਾ ਨੰਬਰ ਹੈ ਉਹ ਯੂਰੇਨਸ ਦਾ ਹੈ। ਉਸ ਤੋਂ ਬਾਅਦ ਸਾਡੇ ਕੋਲ ਨੈਪਚੂਨ ਹੈ। ਯਾਨੀ ਕਿ ਜੋ ਸਾਡੇ ਕੋਲ 4 ਗ੍ਰਹਿ ਹਨ, ਜਿਨ੍ਹਾਂ ਨੂੰ ਅਸੀਂ ਆਇਸ ਗ੍ਰਹਿ ਵੀ ਕਹਿੰਦੇ ਹਾਂ, ਇਹ 4 ਗ੍ਰਹਿ ਹਨ। ਤਾਂ ਇਹਨਾਂ 4 ਗ੍ਰਹਿਆਂ ਤੋਂ ਬਾਅਦ ਧਰਤੀ ਦਾ ਨੰਬਰ ਆਉਂਦਾ ਹੈ, ਯਾਨੀ ਕਿ 1 2 3 4। ਧਰਤੀ ਦਾ ਨੰਬਰ ਕਿੰਨਾ ਹੋਇਆ? 5ਵਾਂ। ਤਾਂ ਇਸ ਪ੍ਰਕਾਰ ਇਸ ਸਵਾਲ ਦਾ ਬੱਚਿਓ ਆਨਸਰ ਕੀ ਹੈ? 5ਵਾਂ, 5th ਨੰਬਰ। ਯਾਨੀ ਕਿ ਧਰਤੀ ਦਾ ਜੋ ਨੰਬਰ ਹੈ ਉਹ ਆਕਾਰ ਦੇ ਹਿਸਾਬ ਨਾਲ ਗ੍ਰਹਿਆਂ ਵਿੱਚ 5ਵਾਂ ਹੈ। ਹੁਣ ਬੱਚਿਓ, ਆਪਾਂ ਅਗਲਾ ਸਵਾਲ ਦੇਖਦੇ ਹਾਂ। ਦੂਸਰੇ ਸਵਾਲ ਦੇ ਵਿੱਚ ਕੀ ਹੈ? ਪੁਰਾਤਨ ਸਮੇਂ ਵਿੱਚ ਭੂਮੀ ਨੂੰ ਖਰੀਦਣ ਅਤੇ ਵੇਚਣ ਅਤੇ ਦਾਨ ਕਰਨ ਲਈ ਇੱਕ ਖਾਸ ਕਿਸਮ ਦੇ ਸਰਕਾਰੀ ਦਸਤਾਵੇਜ਼ ਦੀ ਵਰਤੋਂ ਕੀਤੀ ਜਾਂਦੀ ਸੀ। ਉਹਨਾਂ ਦਾ ਕੀ ਨਾਂ ਸੀ? ਅਸੀਂ ਦੱਸਣਾ ਵੀ ਉਹਨਾਂ ਸਰਕਾਰੀ ਦਸਤਾਵੇਜ਼ ਦਾ ਕੀ ਨਾਂ ਸੀ। ਤਾਂ ਬੱਚਿਓ, ਇਹ ਅਸੀਂ ਦੱਸਣਾ ਹੈ। ਤਾਂ ਬੱਚਿਓ, ਇਹ ਹੁੰਦੇ ਸਾਡੇ ਕੋਲੇ ਤਾਮਰ ਪੱਤਰ, ਕਾਪਰ ਪਲੇਟਸ। ਜਾਣੀ ਕਿ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਤਾਮਰ ਪੱਤਰ, ਕਾਪਰ ਪਲੇਟਸ ਦੀ ਵਰਤੋਂ ਕੀਤੀ ਜਾਂਦੀ ਸੀ। ਜਾਣੀ ਕਿ ਇਸ ਦਾ ਆਨਸਰ ਸਾਡੇ ਕੋਲ ਤਾਮਰ ਪੱਤਰ ਹੈ। ਹੁਣ ਬੱਚਿਓ, ਅਸੀਂ ਅੱਗੇ ਤੀਸਰਾ ਸਵਾਲ ਦੇਖਦੇ ਹਾਂ। ਤੁਸੀਂ ਪਾਠ ਸਮੁਦਾਇ ਅਤੇ ਮਨੁੱਖੀ ਲੋੜਾਂ ਵਿੱਚ ਪੜ੍ਹ ਚੁੱਕੇ ਹੋ ਕਿ ਜਨਸੰਖਿਆ ਦੇ ਵਧਣ ਨਾਲ ਪਰਿਵਾਰਾਂ ਦੇ ਸਮੂਹ ਹੋਰ ਵੱਡੇ ਹੋਣ ਲੱਗ ਪਏ, ਜਿਸ ਕਾਰਨ ਸਮਾਜ ਛੋਟੇ-ਛੋਟੇ ਸੰਗਠਿਤ ਸਮੂਹਾਂ ਵਿੱਚ ਵੰਡਿਆ ਗਿਆ। ਅਜਿਹੇ ਸਮੂਹਾਂ ਨੂੰ ਕੀ ਕਿਹਾ ਜਾਂਦਾ ਸੀ? ਤਾਂ ਬੱਚੇ, ਇਹ ਕਿਹਾ ਵੀ ਪਰਿਵਾਰ ਵੱਧਦੇ ਗਏ ਤਾਂ ਉਸ ਤੋਂ ਬਾਅਦ ਇੱਕ ਸਮੂਹ ਬਣ ਗਿਆ। ਉਸ ਸਮੂਹ ਦਾ ਨਾਂ ਕੀ ਸੀ? ਤਾਂ ਬੱਚਿਓ, ਉਸ ਸਮੂਹ ਦਾ ਨਾਂ ਕੀ ਬਣ ਗਿਆ? ਪਿੰਡ। ਜਾਣੀ ਕਿ ਜਿਸ ਤਰ੍ਹਾਂ ਪਰਿਵਾਰ ਵੱਧਦੇ ਗਏ ਤਾਂ ਪਰਿਵਾਰਾਂ ਦੇ ਵਧਣ ਨਾਲ ਕੀ ਬਣ ਗਿਆ? ਇੱਕ ਗਾਂਵ, ਪਿੰਡ, ਵਿਲੇਜ ਹੋਂਦ ਦੇ ਵਿੱਚ ਆਇਆ, ਜਾਣੀ ਕਿ ਪਿੰਡ। ਇਸ ਦਾ ਆਨਸਰ ਕੀ ਹੈ? ਪਿੰਡ। ਹੁਣ ਬੱਚਿਓ, ਅਸੀਂ ਅਗਲਾ ਸਵਾਲ ਦੇਖਦੇ ਹਾਂ। ਸਾਡੇ ਕੋਲ ਚੌਥਾ ਸਵਾਲ ਹੈ। ਅਧਿਆਪਕ ਜੀ ਕਲਾਸ ਵਿੱਚ ਬੱਚਿਆਂ ਨੂੰ ਦੱਸਦੇ ਹਨ ਕਿ ਧਰਤੀ ਦੀ ਦੈਨਿਕ ਗਤੀ ਕਾਰਨ ਜਲ ਸਮੀਰ, ਥਲ ਸਮੀਰ ਅਤੇ ਸਥਾਨਕ ਹਵਾਵਾਂ ਆਪਣੇ ਖੱਬੇ ਜਾਂ ਸੱਜੇ ਪਾਸੇ ਝੁਕਦੀਆਂ ਹਨ। ਇਸ ਪ੍ਰਕਿਰਿਆ ਦੀ ਖੋਜ ਕਿਸ ਨੇ ਕੀਤੀ? ਦੱਸੋ ਬੱਚਿਓ, ਆਪਾਂ ਇਹਦੇ 'ਚ ਇਹ ਦੱਸਣਾ ਵੀ ਜੋ ਪ੍ਰਕਿਰਿਆ ਹੁੰਦੀ ਹੈ ਸਾਡੇ ਕੋਲੇ ਮਸੀਹਾ ਬ੍ਰਿਜ, ਲੈਂਡ ਬ੍ਰਿਜ, ਲੋਕਲ ਵਾਈਂਡਸ, ਜੋ ਹਵਾ ਦੀ ਦਿਸ਼ਾ ਬਦਲਦੀ ਰਹਿੰਦੀ ਹੈ, ਉਹ ਉਸਦਾ ਜਿਹੜਾ ਕਾਰਨ ਹੈ ਪ੍ਰਕਿਰਿਆ, ਇਹਦੀ ਖੋਜ ਕਿਸ ਨੇ ਕੀਤੀ ਸੀ? ਤਾਂ ਇਹ ਬੱਚਿਓ ਇਸ ਦਾ ਹੈ ਫੈਰਲ। ਤਾਂ ਫੈਰਲ ਨੇ ਇਸ ਦੀ ਖੋਜ ਕੀਤੀ ਸੀ। ਬੱਚਿਓ, ਗੈਲੀਲੀਓ ਅਤੇ ਕੋਪਰਨਿਕਸ ਕੌਣ ਸਨ? ਇਹਨਾਂ ਨੇ ਕੀ ਖੋਜ ਕੀਤੀ ਸੀ? ਇਹਨਾਂ ਨੇ ਇਹ ਦੱਸਿਆ ਸੀ ਵੀ ਜਿਹੜੀ ਧਰਤੀ ਆ ਉਹ ਸੂਰਜ ਦੁਆਲੇ ਘੁੰਮਦੀ ਹੈ, ਨਾ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਤਾਂ ਇਹ ਪਹਿਲੇ ਵਿਗਿਆਨੀ ਸਨ। ਹੁਣ ਬੱਚਿਓ, ਆਪਾਂ ਅਗਲਾ ਸਵਾਲ ਹੱਲ ਕਰਦੇ ਹਾਂ। ਅਸੀਂ ਸਵਾਲ ਵਿੱਚ ਦੇਖਦੇ ਹਾਂ, ਮਨੋਰ ਦੇ ਦਾਦਾ ਜੀ ਉਸ ਨੂੰ ਦੱਸਦੇ ਹਨ ਕਿ ਆਦਿ ਮਾਨਵ ਦਾ ਰਹਿਣ ਸਹਿਣ ਜਾਨਵਰਾਂ ਵਰਗਾ ਸੀ। ਉਹ ਭੋਜਨ ਦੀ ਤਲਾਸ਼ ਵਿੱਚ ਘੁੰਮਦਾ ਰਹਿੰਦਾ ਸੀ। ਉਹ ਪੱਥਰ ਦੇ ਔਜ਼ਾਰਾਂ ਦੀ ਵਰਤੋਂ ਕਰਦਾ ਸੀ। ਤੁਸੀਂ ਦੱਸ ਸਕਦੇ ਹੋ ਕਿ ਮਨੋਰ ਦੇ ਦਾਦਾ ਜੀ ਮਨੁੱਖ ਦੇ ਕਿਸ ਯੁੱਗ ਦੀ ਕਹਾਣੀ ਦੀ ਗੱਲ ਕਰ ਰਹੇ ਹਨ? ਤਾਂ ਬੱਚੇ, ਯੁੱਗ ਦੱਸਣਾ ਸਾਡੇ ਕੋਲ ਹੈਗਾ ਮੱਧ ਪੱਥਰ ਯੁੱਗ,
ਪੁਰਾਤਨ ਪੱਥਰ ਯੁੱਗ, ਨਵੀਨ ਪੱਥਰ ਯੁੱਗ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਬੱਚੋ ਇਸ ਦਾ ਆਂਸਰ ਹੈ ਪੁਰਾਤਨ ਪੱਥਰ ਯੁੱਗ, ਓਲਡ ਸਟੋਨ ਏਜ। ਕਿਉਂਕਿ ਇਸ ਯੁੱਗ ਦੇ ਵਿੱਚ ਜਿਹੜਾ ਉਹ ਮਨੁੱਖ ਹੈਗਾ ਉਹ ਜਾਨਵਰਾਂ ਵਾਂਗ ਰਹਿੰਦਾ ਸੀ, ਤਾਂ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ, ਉਸਦਾ ਕੋਈ ਟਿਕਾਣਾ ਨਹੀਂ ਹੁੰਦਾ ਸੀ। ਹੁਣ ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ 6ਵਾਂ ਪ੍ਰਸ਼ਨ ਹੈ, ਪੰਜਾਬ ਵਿੱਚ ਹੜੱਪਾ ਸਭਿਅਤਾ ਦਾ ਉਹ ਸਥਾਨ ਕਿਹੜਾ ਹੈ ਜਿਸ ਦੀ ਖੁਦਾਈ 1977 ਈਸਵੀ ਵਿੱਚ ਕੀਤੀ ਗਈ। ਜਾਣੀ ਕਿ ਜਿਸ ਦੀ ਖੁਦਾਈ ਹੈ ਕਦੋਂ ਕੀਤੀ ਹੈ, 1976-77 ਵਿੱਚ। ਅਗਰ ਬੱਚਿਓ ਥਾਂ ਤਾਂ ਬਹੁਤ ਹਨ, ਤਾਂ ਅਸੀਂ ਦੱਸਣਾ ਵੀ 1976-77 ਵਿੱਚ ਕਿਸ ਦੀ ਕੀਤੀ ਗਈ ਸੀ, ਜਿੱਥੋਂ ਬਰਤਨ, ਇੱਟਾਂ ਅਤੇ ਮਿੱਟੀ ਦੇ ਬਰਤਨ ਪ੍ਰਾਪਤ ਹੋਏ ਸਨ। ਬੱਚਿਓ ਸਾਡੇ ਕੋਲ 4 ਜਗ੍ਹਾਵਾਂ ਹਨ, ਰਹੀੜਾ, ਸੰਘੋਲ, ਕੋਟਲਾ ਨਿਹੰਗਾ ਜਾਂ ਸਨੇਤ। ਤਾਂ ਬੱਚਿਓ ਇਸ ਦਾ ਆਂਸਰ ਹੈ ਰਹੀੜਾ। ਰਹੀੜਾ ਵਿੱਚ 1976-77 ਦੇ ਵਿੱਚ ਖੋਜ ਕੀਤੀ ਗਈ ਸੀ। ਹੁਣ ਬੱਚਿਓ ਆਪਾਂ ਅਗਲਾ ਸਵਾਲ ਦੇਖਦੇ ਹਾਂ। ਸਾਡੇ ਕੋਲ 7ਵਾਂ ਸਵਾਲ ਹੈ, ਰਵੀ ਆਪਣੀ ਮਾਤਾ ਨਾਲ ਸੂਰਜ ਮੰਦਰ ਜਾਂਦਾ ਹੈ। ਉੱਥੇ ਉਸਦੀ ਮਾਤਾ ਜੀ ਦੱਸਦੇ ਹਨ ਕਿ ਰਿਗ ਵੈਦਿਕ ਕਾਲ ਵਿੱਚ ਪੁਲਾੜ ਦੇ ਬਹੁਤ ਸਾਰੇ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ, ਪਰੰਤੂ ਉੱਤਰ ਵੈਦਿਕ ਕਾਲ ਵਿੱਚ ਵੀ ਬਹੁਤ ਸਾਰੇ ਦੇਵਤੇ ਹੋਣ ਦੇ ਵਿੱਚ ਆਏ ਤੇ ਉਹਨਾਂ ਦੇਵਤਿਆਂ ਦੇ ਹੋਣ ਦੇ ਬਾਵਜੂਦ ਵੀ ਇੱਕ ਦੇਵਤੇ ਦੀ ਸਭ ਤੋਂ ਵੱਧ ਪੂਜਾ ਕੀਤੀ ਜਾਂਦੀ ਸੀ। ਤਾਂ ਦੱਸਣਾ ਵੀ ਉੱਤਰ ਵੈਦਿਕ ਕਾਲ ਦੇ ਵਿੱਚ ਕਿਹੜੇ ਦੇਵਤੇ ਦੀ ਸਭ ਤੋਂ ਵੱਧ ਪੂਜਾ ਕੀਤੀ ਜਾਂਦੀ ਸੀ। ਦੇਵਤੇ ਤਾਂ ਬਹੁਤ ਸਾਰਾ ਸਨ, ਦੱਸਣਾ ਵੀ ਜਿਹੜੇ ਕਿਹੜੇ ਦੇਵਤੇ ਜਿਹੜੀ ਪੂਜਾ ਉਹ ਸਭ ਤੋਂ ਵੱਧ ਕੀਤੀ ਜਾਂਦੀ ਸੀ। ਤਾਂ ਬੱਚਿਓ ਇਸ ਦਾ ਆਂਸਰ ਹੈ ਇੰਦਰ। ਤਾਂ ਇੰਦਰ ਦੀ ਪੂਜਾ ਸਭ ਤੋਂ ਵੱਧ ਕੀਤੀ ਜਾਂਦੀ ਸੀ। ਹੁਣ ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ ਅੱਗੇ ਸਵਾਲ ਹੈ, 8ਵਾਂ ਸਵਾਲ ਹੈ, ਹੇਠਾਂ ਇੱਕ ਰਾਜ ਦਾ ਨਕਸ਼ਾ ਦਿਖਾਈ ਦੇ ਰਿਹਾ ਹੈ, ਤੁਸੀਂ ਦੱਸੋ ਕਿ ਇੱਥੇ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਪਿਤ ਕੀਤੇ ਗਏ ਹਨ। ਤਾਂ ਬੱਚਿਓ ਅਸੀਂ ਦੇਖਣਾ ਵੀ ਸਾਡੇ ਕੋਲੇ ਕਿਹੜਾ, ਸਾਡੇ ਕੋਲੇ ਕਸ਼ਮੀਰ ਵਾਲਾ ਜਿਹੜਾ ਸਾਨੂੰ ਇਹ ਦਿਖਾਈ ਦੇ ਰਿਹਾ ਹੈ। ਤਾਂ ਹੁਣ ਇਹਦੇ ਵਿੱਚ ਭਾਰਤ ਸਰਕਾਰ ਵੱਲੋਂ ਕੁਝ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਹਨ। ਅਸੀਂ ਦੱਸਦੇ ਵੀ ਉਹ ਕਿਹੜੇ ਕਿਹੜੇ ਹਨ। ਤਾਂ ਬੱਚਿਓ ਅਸੀਂ ਆਪਸ਼ਨ ਦੇ ਵਿੱਚ ਦੇਖਦੇ ਹਾਂ। ਤਾਂ ਬੱਚਿਓ ਅਸੀਂ ਆਪਸ਼ਨ ਵਿੱਚ ਦੇਖਦੇ ਹਾਂ ਤਾਂ ਸਾਡੇ ਵਿੱਚ ਦੇਖੋ ਦਾਦਰਾ ਨਗਰ ਹਵੇਲੀ ਇਹ ਵੀ ਨਹੀਂ ਹੈ, ਅੰਡੇਮਾਨ ਨਿਕੋਬਾਰ ਇਹ ਵੀ ਨਹੀਂ ਹੈ, ਚੰਡੀਗੜ੍ਹ ਇਹ ਵੀ ਨਹੀਂ ਹੈ। ਠੀਕ ਹੈ ਬੱਚਿਓ, ਤਾਂ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਚੰਡੀਗੜ੍ਹ ਵੀ ਨਹੀਂ ਹੈ। ਇਸ ਦਾ ਮਤਲਬ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਤਾਂ ਫਿਰ ਬੱਚਿਓ ਇਹਨਾਂ ਦਾ ਉੱਤਰ ਕੀ ਹੋਣਾ ਚਾਹੀਦਾ ਵੀ ਕਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਹਨ, ਕਸ਼ਮੀਰ ਅਤੇ ਲਦਾਖ। ਬੱਚਿਓ ਕਸ਼ਮੀਰ ਅਤੇ ਲਦਾਖ ਦੋ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਹਨ, ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਅਸੀਂ ਬੱਚਿਓ 9ਵਾਂ ਸਵਾਲ ਦੇਖਦੇ ਹਾਂ। ਅਨਮੋਲ ਦੇ ਦਾਦਾ ਜੀ ਉਸ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਸਨ, ਦੱਸਦੇ ਹਨ ਕਿ ਬੁੱਧ ਧਰਮ ਵਿੱਚ ਬਹੁਤ ਸਾਰੀਆਂ ਨੈਤਿਕ ਗੱਲਾਂ ਦੀ ਸਿੱਖਿਆ ਦਿੱਤੀ ਗਈ ਹੈ, ਜੋ 3 ਮੁੱਖ ਗ੍ਰੰਥਾਂ ਵਿੱਚ ਸ਼ਾਮਲ ਹੈ। ਅਨਮੋਲ ਦੇ ਦਾਦਾ ਜੀ ਕਿਸ ਗ੍ਰੰਥ ਬਾਰੇ ਗੱਲ ਕਰ ਰਹੇ ਸਨ। ਅਸੀਂ ਦੇਖਣਾ ਬੱਚੋ, ਜਾਣੀ ਕਿ ਬੁੱਧ ਧਰਮ ਦੇ ਗ੍ਰੰਥ ਬਾਰੇ ਦੱਸਣਾ ਵੀ ਕਿਹੜਾ ਗ੍ਰੰਥ ਹੈ। ਤ੍ਰਿਪਿਟਕ ਹੈ, ਮਹਾਯਾਨ ਹੈ, ਅਸ਼ਟਮਾਰਗ ਹੈ, ਇਹਨਾਂ 'ਚ ਕੋਈ ਵੀ ਨਹੀਂ। ਬੱਚੇ ਜੋ ਬੁੱਧ ਧਰਮ ਦੇ ਗ੍ਰੰਥ ਹੋ ਗਏ ਹਨ ਤ੍ਰਿਪਿਟਕ, ਤ੍ਰਿਪਿਟਕ ਭਾਵ 3। ਇੱਥੋਂ ਵੀ ਸਾਨੂੰ ਜਿਹੜਾ ਆਈਡੀਆ ਉਹ ਮਿਲ ਜਾਂਦਾ ਹੈ। ਠੀਕ ਹੈ ਬੱਚੋ, ਇਸ ਦਾ ਆਂਸਰ ਹੈ ਤ੍ਰਿਪਿਟਕ। ਹੁਣ ਬੱਚੋ ਅਸੀਂ ਅੱਗੇ ਸਵਾਲ ਦੇਖਦੇ ਹਾਂ। ਸਾਡੇ ਕੋਲ ਅੱਗੇ ਸਵਾਲ ਹੈ, ਹਰਨੂਰ ਦੇ ਪਾਪਾ ਜੀ ਉਸ ਨੂੰ ਦੱਸਦੇ ਹਨ ਕਿ ਪਿੰਡਾਂ ਵਿੱਚ ਪੰਚਾਇਤਾਂ ਨੂੰ ਕੁਝ ਗ੍ਰਾਂਟਾਂ ਸਰਕਾਰ ਵੱਲੋਂ ਪ੍ਰਾਪਤ ਹੁੰਦੀਆਂ ਹਨ। ਉਹਨਾਂ ਦਾ ਹਿਸਾਬ ਕਿਤਾਬ ਰੱਖਣ ਲਈ ਇੱਕ ਕਰਮਚਾਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ। ਤੁਸੀਂ ਦੱਸੋ ਕਿ ਉਹ ਕਿਹੜਾ ਕਰਮਚਾਰੀ ਹੁੰਦਾ ਹੈ। ਤਾਂ ਬੱਚਿਓ ਜੋ ਪਿੰਡ 'ਚ ਗ੍ਰਾਂਟਾਂ ਹੁੰਦੀਆਂ ਸਰਪੰਚ ਕੋਲ, ਉਹਨਾਂ ਦਾ ਹਿਸਾਬ ਕਿਤਾਬ ਰੱਖਣ ਲਈ ਇੱਕ ਸਰਕਾਰ ਵੱਲੋਂ ਕਰਮਚਾਰੀ ਨਿਯੁਕਤ ਕੀਤਾ ਜਾਂਦਾ ਹੈ। ਉਸ ਦਾ ਨਾਂ ਕੀ ਹੈ, ਅਸੀਂ ਇਹ ਦੱਸਣਾ ਹੈ। ਤਾਂ ਬੱਚਿਓ ਸਾਡੇ ਕੋਲ ਆਪਸ਼ਨ ਹਨ ਸੁਪਰਡੈਂਟ, ਸੈਕਟਰੀ, ਪੰਚਾਇਤ ਸਕੱਤਰ। ਤਾਂ ਬੱਚਿਓ ਇਸ ਦਾ ਆਂਸਰ ਹੈ ਪੰਚਾਇਤ ਸਕੱਤਰ, ਪੰਚਾਇਤ ਸੈਕਟਰੀ। ਬੱਚਿਓ ਅਸੀਂ ਅੱਗੇ ਜਿਹੜਾ ਸਵਾਲ ਦੇਖਦੇ ਹਾਂ। ਸਾਡੇ ਕੋਲ ਅੱਗੇ ਸਵਾਲ ਹੈ, ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ। ਜਾਣੀ ਕਿ ਗਲੋਬ ਤੇ ਸਭ ਤੋਂ ਵੱਡਾ ਚੱਕਰ, ਜਾਣੀ ਕਿ ਸਾਡੀ ਧਰਤੀ ਜਾਂ ਗਲੋਬ ਕਹਿ ਲਈਏ, ਇਹ ਤੋਂ ਸਭ ਤੋਂ ਵੱਡਾ ਦੇਖੋ ਚੱਕਰ ਕਿਹੜਾ ਹੋਏਗਾ, ਜੋ ਰੇਖਾ ਬਿਲਕੁਲ ਵਿਚਕਾਰ ਦੀ ਲੰਘਦੀ ਹੈ। ਬੱਚੋ ਇਹ ਰੇਖਾ ਕਿ ਸਾਡੇ ਕੋਲ ਜੋ ਸਾਨੂੰ ਬਲੂ ਰੇਖਾ ਦਿਖਾਈ ਦੇ ਰਹੀ ਹੈ, ਇਹ ਰੇਖਾ।
ਤਾਂ ਇਸ ਨੂੰ ਅਸੀਂ ਬੱਚੋ ਕੀ ਕਹਿੰਦੇ ਹਾਂ? ਇਸ ਨੂੰ ਅਸੀਂ ਕਹਿੰਦੇ ਹਾਂ ਭੂ-ਮੱਧ ਰੇਖਾ। ਜਾਣੀ ਕਿਹੜੀ ਭੂ-ਮੱਧ ਰੇਖਾ ਗੀ? ਉਹ ਸਭ ਤੋਂ ਵੱਡੀ ਰੇਖਾ ਹੈ ਇਕੁਏਟਰ। ਬੱਚੋ ਇਸ ਦਾ ਆਂਸਰ ਕੀ ਹੈ? ਭੂ-ਮੱਧ ਰੇਖਾ ਇਕੁਏਟਰ। ਬੱਚੋ ਅਸੀਂ ਅੱਗੇ ਸਵਾਲ ਦੇਖਦੇ ਹਾਂ। ਅੱਗੇ ਸਾਡੇ ਕੋਲ ਕਿਹੜਾ ਸਵਾਲ ਹੈ? ਅੱਗੇ ਸਾਡੇ ਕੋਲ 12ਵਾਂ ਸਵਾਲ ਹੈ। ਕੌਟਲਿਆ ਦੁਆਰਾ ਲਿਖੀ ਗਈ ਪੁਸਤਕ ਦਾ ਕੀ ਨਾਂ ਹੈ? ਵਾਟ ਇਜ਼ ਦਾ ਨੇਮ ਆਫ ਬੁੱਕ ਰਿਟਨ ਬਾਏ ਕੌਟਲਿਆ? ਤਾਂ ਕੌਟਲਿਆ ਨੇ ਕਿਹੜੀ ਬੁੱਕ ਲਿਖੀ ਸੀ ਬੱਚਿਓ? ਅਰਥ ਸ਼ਾਸਤਰ। ਤਾਂ ਉਸ ਦੁਆਰਾ ਅਰਥ ਸ਼ਾਸਤਰ ਜਿਹੜੀ ਬੁੱਕ ਆ ਉਹ ਲਿਖੀ ਗਈ ਹੈ। ਹੁਣ ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। 13ਵਾਂ ਸਵਾਲ ਹੈ। ਉੱਤਰੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ? ਜਿਸ ਤਰ੍ਹਾਂ ਬੱਚਿਓ 23 ਸਤੰਬਰ ਨੂੰ ਦੇਖਿਆ ਹੋਗਾ ਵੀ ਕਿਹੜਾ ਮੌਸਮ ਹੁੰਦਾ ਹੈ। ਤਾਂ ਸਾਨੂੰ ਪਤਾ ਵੀ 23 ਸਤੰਬਰ ਨੂੰ ਜਿਹੜੇ ਸਾਡੇ ਦਿਨ ਤੇ ਰਾਤ ਉਹ ਬਰਾਬਰ ਹੁੰਦੇ ਹਨ। ਬੱਚਿਓ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਤਾਂ ਅਜਿਹੋ ਜਿਹਾ ਸਾਲ ਵਿੱਚ 2 ਵਾਰੀ ਵਾਪਰਦਾ ਹੈ। 21 ਮਾਰਚ ਨੂੰ ਹੁੰਦਾ ਹੈ। ਤਾਂ ਸਾਡੇ ਵਿੱਚ ਜੋ ਇਹ ਹੁੰਦਾ ਹੈ ਅਸੀਂ ਇਸ ਨੂੰ ਬੋਲ ਦਿਆਂਗੇ ਪਤਝੜ ਵਸੂਬੀ। ਬੱਚਿਓ ਇਹਦਾ ਨਾਂ ਕੀ ਹੈਗਾ? ਆਟੋਮਨ ਇਕੁਨੈਕਸ। ਇਸ ਦਿਨ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਜੋ ਦੂਜਾ 21 ਮਾਰਚ ਨੂੰ ਹੁੰਦਾ ਹੈ ਉਹ ਸਾਡੇ ਕੋਲੇ ਬਸੰਤ ਵਸੂਬੀ ਸਪ੍ਰਿੰਗ ਇਕੁਨੈਕਸ ਹੁੰਦਾ ਹੈ। ਲੇਕਿਨ ਸਾਡੇ ਕੋਲ 23 ਸਤੰਬਰ ਦੀ ਗੱਲ ਹੈ ਤਾਂ ਇਸ ਦਾ ਆਂਸਰ ਹੈ ਪਤਝੜ ਵਸੂਬੀ। ਹੁਣ ਬੱਚਿਓ ਅਸੀਂ ਅੱਗੇ ਸਵਾਲ ਪ੍ਰਸ਼ਨ ਦੇਖਦੇ ਹਾਂ। ਸਹੀ ਮਿਲਾਨ ਕਰੋ। ਤਾਂ ਬੱਚਿਓ ਮਿਲਾਨ ਕਰਨਾ ਹੈ। ਪਹਿਲਾਂ ਵਾਲੇ ਦੇਖੋ ਵਰਨ ਹੈ। ਅਸੀਂ ਦੱਸਣਾ ਵੀ ਵਰਨ ਕੀ ਹੈ? ਇੱਕ ਦੇਵਤਾ ਹੈ ਜਾਂ ਬੰਦਰਗਾਹ ਹੈ? ਤਾਂ ਉਸ ਨੂੰ ਅਸੀਂ ਟਿਕ ਇੱਥੇ ਕਰਨਾ ਹੈ। ਤਾਂ ਵਰਨ ਕੀ ਹੈ? ਇੱਕ ਦੇਵਤਾ ਹੈ। ਤਾਂ ਬੱਚਿਓ ਅਸੀਂ ਇਸ ਤੇ ਟਿਕ ਕਰਨਾ ਹੈ। ਲੋਥਲ। ਲੋਥਲ ਕੀ ਹੈ? ਇੱਕ ਬੰਦਰਗਾਹ ਹੈ। ਤਾਂ ਲੋਥਲ ਵਾਸਤੇ ਬੱਚਿਓ ਬੰਦਰਗਾਹ ਆਪਸ਼ਨ ਟਿਕ ਕਰਨਾ ਹੈ। ਵਰਨ ਵਾਸਤੇ ਅਸੀਂ ਇੱਕ ਦੇਵਤਾ ਤੇ ਕਲਿੱਕ ਕਰਨਾ ਹੈ। ਬੱਚਿਓ ਅਸੀਂ 15ਵਾਂ ਸਵਾਲ ਦੇਖਦੇ ਹਾਂ। ਸਪਤ ਸਿੰਧੂ ਪ੍ਰਦੇਸ਼ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਨਹੀਂ ਵਹਿੰਦੀ ਸੀ? ਬੱਚਿਓ ਸਾਨੂੰ ਪਤਾ ਵੀ ਜਿਹੜਾ ਸਪਤ ਸਿੰਧੂ ਪ੍ਰਦੇਸ਼ ਹੈ ਇਹ ਅਫਗਾਨਿਸਤਾਨ ਤੋਂ ਲੈ ਕੇ ਸਾਡੇ ਇੱਧਰ ਉੱਤਰ ਪ੍ਰਦੇਸ਼ ਤੱਕ ਜਿਹੜਾ ਉਹ ਫੈਲਿਆ ਹੋਇਆ ਸੀਗਾ। ਤਾਂ ਇਹਦੇ ਵਿੱਚ ਕਿਹੜੀ ਨਦੀ ਨਹੀਂ ਵਹਿੰਦੀ ਸੀ ਅਸੀਂ ਇਹ ਦੇਖਣੀ ਹੈ। ਦੇਖੋ ਸਰਸਵਤੀ ਨਦੀ ਬੱਚਿਓ ਵਹਿੰਦੀ ਸੀ। ਰਾਵੀ ਨਦੀ ਇਹ ਵੀ ਵਹਿੰਦੀ ਸੀ। ਜਮਨਾ ਇਹ ਵੀ ਵਹਿੰਦੀ ਸੀ। ਤੇ ਕਿਹੜੀ ਨਹੀਂ ਵਹਿੰਦੀ ਸੀ? ਬ੍ਰਹਮਪੁੱਤਰਾ। ਕਿਉਂਕਿ ਬ੍ਰਹਮਪੁੱਤਰ ਕਿੱਧਰ ਆ ਜਾਂਦੇ ਬੱਚਿਓ? ਸਾਡੇ ਕੋਲ ਵੈਸਟ ਬੰਗਾਲ ਜਾਂ ਹੁਣ ਅਸੀਂ ਕਹਿ ਦਈਏ ਬੰਗਲਾਦੇਸ਼ ਇਹਨਾਂ ਜਿਹੜੇ ਪ੍ਰਦੇਸ਼ਾਂ ਵਿੱਚ ਉਹ ਵਹਿੰਦੀ ਹੈ। ਇਸ ਦਾ ਆਂਸਰ ਹੈ ਬੱਚਿਓ ਬ੍ਰਹਮਪੁੱਤਰ। ਹੁਣ ਬੱਚਿਓ ਸਾਡੇ ਕੋਲ ਅਗਲਾ ਸਵਾਲ ਹੈ 16ਵਾਂ। ਪੰਜਾਬ ਵਿੱਚ ਹੜੱਪਾ ਸੱਭਿਅਤਾ ਦੇ ਕੇਂਦਰ ਹਨ। ਜੋ ਹੜੱਪਾ ਸੱਭਿਅਤਾ ਬੱਚਿਓ ਹੋਈ ਆ ਉਹਦੇ ਕਿਹੜੇ ਕਿਹੜੇ ਕੇਂਦਰ ਪੰਜਾਬ ਵਿੱਚ ਸਨ? ਸੰਘੋਲ ਬੱਚਿਓ ਹੈ। ਸਨੇਤ ਇਹ ਵੀ ਹੈ। ਕੋਟਲਾ ਨੇਕਾਂ ਇਹ ਵੀ ਹੈ। ਇਹਦਾ ਮਤਲਬ ਇਹਨਾਂ ਦਾ ਆਂਸਰ ਕੀ ਆਵੇਗਾ? ਉਪਰੋਕਤ ਸਾਰੇ। ਉਪਰੋਕਤ ਸਾਰੇ ਆਲ ਆਫ ਦੀ ਅਬਵ ਬੱਚਿਓ ਇਸ ਦਾ ਆਂਸਰ ਹੋਵੇਗਾ। ਅੱਗੇ ਬੱਚਿਓ ਅਸੀਂ 17ਵਾਂ ਸਵਾਲ ਦੇਖਦੇ ਹਾਂ। 17ਵੇਂ ਸਵਾਲ ਦੇ ਵਿੱਚ ਹੈ ਖਾਲੀ ਸਥਾਨ ਭਰੋ। ਜਾਣੀ ਕਿ ਦੱਸਣਾ ਵੀ ਇਹਦੇ ਵਿੱਚ ਉੱਤਰ ਕੀ ਆਵੇਗਾ? ਜੈਨ ਧਰਮ ਦੇ ਕੁੱਲ ਤੀਰਥਕਾਰ ਹੋਏ। ਵੀ ਜੈਨ ਧਰਮ ਵਿੱਚ ਕੁੱਲ ਕਿੰਨੇ ਤੀਰਥਕਾਰ ਹੋਏ ਸੀ? ਤਾਂ ਬੱਚਿਓ ਕਿੰਨੇ ਹੋਏ ਸੀਗੇ? ਸਾਨੂੰ ਪਤਾ ਹੋਵੇਗਾ 24। ਇਸ ਦਾ ਆਂਸਰ ਕੀ ਹੈ? 24। ਹੁਣ ਬੱਚਿਓ ਅਸੀਂ ਅੱਗੇ 18ਵਾਂ ਸਵਾਲ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਜਾਂ ਗਲਤ ਹੈ? ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ ਔਰ ਫਾਲਸ? ਬੱਚਿਓ ਪਹਿਲਾ ਹੈ ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਮਨੁੱਖ ਇਕੱਲਾ ਨਹੀਂ ਰਹਿ ਸਕਦਾ। ਸਹੀ ਹੈ ਕਿ ਗਲਤ ਹੈ ਬੱਚਿਓ? ਸਹੀ ਹੈ। ਤੁਸੀਂ ਬੁੱਕ ਦੇ ਵਿੱਚ ਪਾਠ 'ਚ ਪੜ੍ਹਿਆ ਹੋਣਾ ਹੈ ਵੀ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਇਸ ਕਰਕੇ ਉਹ ਇਕੱਲਾ ਨਹੀਂ ਰਹਿ ਸਕਦਾ। ਦੂਸਰਾ ਭਾਰਤ ਨੂੰ ਅਨੇਕਤਾ ਵਿੱਚ ਏਕਤਾ ਦਾ ਦੇਸ਼ ਕਿਹਾ ਜਾਂਦਾ ਹੈ। ਬੱਚਿਓ ਇਹ ਵੀ ਕੀ ਹੈ? ਸਹੀ ਹੈ। ਕਿਉਂਕਿ ਸਾਡੇ ਦੇਖੋ ਵੱਖ-ਵੱਖ ਸਾਡੇ ਕੋਲ ਕਿੰਨੇ ਸਾਡੇ ਕੋਲੇ ਭਾਸ਼ਾਵਾਂ ਹਨ ਜਾਂ ਕੁਛ ਸੂਬੇ ਹਨ। ਤਾਂ ਅਨੇਕਤਾ ਵਿੱਚ ਫਿਰ ਵੀ ਕੀ ਹੈ? ਸਾਡੇ ਏਕਤਾ ਹੈ। ਜਾਣੀ ਕਿ ਦੋਨੇ ਸਹੀ ਹਨ। ਤਾਂ ਬੱਚਿਓ ਇਸ ਦਾ ਉੱਤਰ ਕੀ ਆਵੇਗਾ? ਦੋਵੇਂ ਸਹੀ ਹਨ। ਦੋਵੇਂ ਸਹੀ ਵਾਲਾ ਜਿਹੜਾ ਸਾਡਾ ਆਪਸ਼ਨ ਹੈਗਾ ਬੋਥ 1 and 2 are true ਇਹ ਸਾਡਾ ਇਸ ਦਾ ਉੱਤਰ ਹੋਵੇਗਾ। ਹੁਣ ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। 19ਵਾਂ ਸਵਾਲ ਅਸੀਂ ਸਭ ਤੋਂ ਪਹਿਲਾਂ ਪ੍ਰਾਚੀਨ ਮਨੁੱਖ ਨੇ ਕਿਹੜੇ ਪਦਾਰਥ ਤੋਂ ਹਥਿਆਰ ਬਣਾਏ? ਬੱਚੇ ਜੋ ਪੁਰਾਤਨ ਸਮੇਂ ਦੇ ਵਿੱਚ ਮਨੁੱਖ ਸੀ ਉਹਨੇ ਕਿਹੜੇ ਪਦਾਰਥ ਤੋਂ ਹਥਿਆਰ ਬਣਾਏ? ਤੇ ਬੱਚਿਓ ਆਪਾਂ ਆਪਸ਼ਨ ਦੇਖਦੇ ਹਾਂ। ਪੱਥਰ ਤੋਂ,
ਐਲੂਮੀਨੀਅਮ ਤੋਂ, ਲੋਹੇ ਤੋਂ ਜਾਂ ਤਾਂਬੇ ਤੋਂ। ਤਾਂ ਬੱਚਿਓ ਕਿਸ ਤੋਂ ਬਣਾਏ ਸੀਗੇ? ਪੱਥਰ ਤੋਂ। ਇਸਦਾ ਆਂਸਰ ਕੀ ਆਵੇਗਾ? ਪੱਥਰ। ਹੁਣ ਬੱਚਿਓ ਅਸੀਂ ਅੱਗੇ ਸਵਾਲ ਦੇਖਦੇ ਹਾਂ। ਸਾਡਾ ਅਗਲਾ ਪ੍ਰਸ਼ਨ ਹੈ 20ਵਾਂ ਪ੍ਰਸ਼ਨ, ਟੈਸਟ ਦਾ ਆਖਰੀ ਪ੍ਰਸ਼ਨ। ਜ਼ਿਲ੍ਹਾ ਪਰਿਸ਼ਦ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਂਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ? ਤਾਂ ਬੱਚਿਓ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਜੋ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਮੈਂਬਰ ਗਿਣੇ ਜਾਂਦੇ ਆ, ਉਹਨਾਂ ਦੀ ਰੇਂਜ ਹੁੰਦੀ ਹੈ 10 ਤੋਂ ਲੈ ਕੇ 25। ਯਾਨੀ ਘੱਟ ਤੋਂ ਘੱਟ ਕਿੰਨੇ ਚੁਣੇ ਜਾਂਦੇ ਆ? 10। ਵੱਧ ਤੋਂ ਵੱਧ ਕਿੰਨੇ ਚੁਣੇ ਜਾਂਦੇ ਹੈਗੇ? 25। ਬੱਚਿਓ ਇਸ ਦਾ ਆਪਸ਼ਨ ਹੋਵੇਗਾ 10 ਤੋਂ 25। ਬੱਚਿਓ ਉਮੀਦ ਹੈ ਤੁਹਾਨੂੰ ਜਿਹੜੇ ਪ੍ਰਸ਼ਨ ਹੈ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੇ ਇਹਨਾਂ ਦੇ ਜਿਹੜੇ ਉੱਤਰ ਆ ਉਹ ਵੀ ਤੁਹਾਨੂੰ ਪਤਾ ਲੱਗ ਗਏ ਹੋਣਗੇ ਤੇ ਤੁਹਾਨੂੰ ਤੁਹਾਡੇ ਅੰਕਾਂ ਬਾਰੇ ਪਤਾ ਲੱਗ ਗਿਆ ਹੋਣਗਾ ਵੀ ਤੁਹਾਡੇ ਕਿੰਨੇ ਅੰਕ ਇਸ ਟੈਸਟ ਵਿੱਚੋਂ ਬਣਦੇ ਹਨ। ਤਾਂ ਬੱਚਿਓ ਇਹ ਵੀਡੀਓ ਜੇਕਰ ਤੁਹਾਨੂੰ ਪਸੰਦ ਆਈ ਤਾਂ ਆਪਣੇ ਸਾਥੀਆਂ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਬਾਕੀ ਵਿਸ਼ਿਆਂ ਦੇ ਵੱਖ-ਵੱਖ ਪੈਸ ਨਾਲ ਜੋ ਟੈਸਟ ਹਨ ਉਹਨਾਂ ਦੇ ਵੀਡੀਓ ਵੀ ਬਣਾਈਆਂ ਗਈਆਂ ਹਨ, ਉਹ ਵੀ ਇਸ ਚੈਨਲ ਤੇ ਉਪਲਬਧ ਹਨ। ਤੁਹਾਡਾ